ਜੀਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਧੰਨ ਵਾਹਿਗੁਰੂ ਜੀਓ। ਪਾਸਾ ਬਾਰ੍ਹਾਂ ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 30 ਬਰਸ ਕਛ ਦੇਵ ਨ ਪੂਜਾ, ਫਿਰ ਪਸ਼ੂਤਾਨਾ ਬਿਰਦ ਪਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਇਓ ਰਹਾਉ। ਸੂਕੇ ਸਰਵਰ ਪਾੜ ਬੰਧਾਵੈ, ਲੁਣੈ ਖੇਤ ਹੱਥ ਵਾਰ ਕਰੈ। ਆਇਓ ਚੋਰ ਤੁਰੰਤ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ। ਜਿਹਵਾ ਬਚਨ ਸ਼ੁੱਧ ਨਹੀਂ ਨਿਕਸੈ, ਤਬ ਰੇ ਧਰਮ ਕੀ ਆਸ ਕਰੈ। ਹਰਿ ਜੀਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰਿ ਹਰਿ ਨਾਮ ਲਿਓ। ਗੁਰ ਪ੍ਰਸਾਦੀ ਹਰਿ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਹਿਤ ਕਬੀਰ ਸੁਨੋ ਰੇ ਸੰਤੋ, ਆਨ ਧਨ ਕਛੁਐ ਲੈ ਨਾ ਗਇਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਤ ਸੰਗਤ ਜੀਓ। ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਅਦਬ ਪ੍ਰੇਮ ਨਾਲ ਸਰਵਣ ਕੀਤੇ ਹਨ। ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਆਸਾ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ
479 ਨੰਬਰ ਅੰਕ ਉੱਪਰ ਸੁਭਾਈਮਾਨ ਹੈ। ਆਪ ਜੀ ਨੇ ਹੁਣੇ ਹੀ ਪਾਠ ਦੇ ਰੂਪ ਵਿੱਚ ਸਰਵਣ ਕੀਤਾ ਹੈ। ਭਗਤ ਕਬੀਰ ਜੀ ਮਨੁੱਖ ਦੇ ਜੀਵਨ ਦੀ ਜੋ ਆਮ ਦਸ਼ਾ ਹੈ ਉਸ ਨੂੰ ਇਸ ਪਾਵਨ ਸ਼ਬਦ ਰਾਹੀਂ ਬਿਆਨ ਕਰਦੇ ਹਨ ਕਿ ਕਿਵੇਂ ਮਨੁੱਖ ਪਦਾਰਥਕ ਮੋਹ ਵਿੱਚ ਹੀ ਆਪਣੇ ਜੀਵਨ ਨੂੰ ਗੁਜ਼ਾਰ ਦਿੰਦਾ ਹੈ, ਪਰ ਆਪਣੇ ਜੀਵਨ ਦੀ ਕਦਰੋ ਕੀਮਤ ਨੂੰ ਨਹੀਂ ਪਛਾਣਦਾ। ਪਦਾਰਥ ਤੋਂ ਬਿਨਾਂ ਵੀ ਕੁਝ ਹੋਰ ਪਹਿਲੂ ਸਨ ਜੀਵਨ ਦੇ, ਜਿਸ ਨੂੰ ਮਨੁੱਖ ਨੇ ਵੇਖਣ ਦਾ, ਸਮਝਣ ਦਾ ਯਤਨ ਨਹੀਂ ਕੀਤਾ ਅਤੇ ਅਗਿਆਨਤਾ ਦੇ ਹਨੇਰੇ ਵਿੱਚ ਭਰਮ ਵਸ ਹੀ ਆਪਣਾ ਸਾਰਾ ਜੀਵਨ ਜਿਹੜਾ ਹੈ ਉਹ ਮੋਹ ਵਸ, ਪਦਾਰਥਕ ਖਿੱਚ ਵਿੱਚ, ਮਾਦਾ ਪ੍ਰਸਤੀ ਵਿੱਚ ਗਲਤਾਨ ਕਰਕੇ ਇਸ ਜਹਾਨੋਂ ਤੁਰ ਜਾਂਦਾ ਹੈ। ਰਹਾਉ ਦੇ ਬੰਦ ਵਿੱਚ ਉਹਨਾਂ ਨੇ ਸ਼ਬਦ ਵਰਤਿਆ ਹੈ, ਮੇਰੀ ਮੇਰੀ ਕਰਤੇ ਜਨਮ ਗਏ। ਸਮੁੱਚਾ ਜੀਵਨ ਇਹ ਸ਼ੈ ਮੇਰੀ ਹੈ, ਇਸ ਉੱਤੇ ਮੇਰਾ ਹੀ ਅਧਿਕਾਰ ਹੈ ਔਰ ਮੇਰਾ ਹੀ ਅਧਿਕਾਰ ਹੋਏਗਾ। ਜਦੋਂ ਹਜ਼ੂਰ ਬਾਣੀ ਵਿੱਚ ਮੈਂ ਜਾਂ ਮੇਰੀ ਸ਼ਬਦ ਇਸ ਕੰਟੈਕਸਟ ਵਿੱਚ ਵਰਤਦੇ ਨੇ ਤਾਂ ਉਸ ਦਾ ਮਤਲਬ ਹੈ ਪਦਾਰਥਕ ਮੋਹ, ਮਾਦਾ ਪ੍ਰਸਤੀ ਤੱਕ ਸੀਮਤ ਹੋਣਾ ਔਰ ਇਸੇ ਚਿੰਤਾ ਵਿੱਚ ਤੇ ਇਸੇ ਉਲਝਣ ਵਿੱਚ ਹੀ ਹਰ ਵਕਤ ਉਲਝੇ ਰਹਿਣਾ। ਜਿੱਥੇ ਇਹ ਖਿੱਚ ਜੀਵਨ ਵਿੱਚ ਪ੍ਰਬਲ ਹੈ, ਬੇਹੱਦ ਵਧੀ ਹੋਈ ਹੈ, ਜਦੋਂ ਉਸ ਚੀਜ਼ ਨਾਲੋਂ ਸਾਡਾ ਰਿਲੇਸ਼ਨ ਟੁੱਟਣ ਲੱਗਦਾ ਹੈ ਜਾਂ ਉਹ ਚੀਜ਼ ਸਾਡੇ ਤੋਂ ਦੂਰ ਜਾਂਦੀ ਹੈ ਜਾਂ ਪਦਾਰਥ ਤੋਂ ਸਾਡਾ ਵਿਛੋੜਾ ਪੈਂਦਾ ਹੈ, ਤਾਂ ਸਾਨੂੰ ਲੱਗਦਾ ਹੈ ਕਿ ਜੀਵਨ ਦੀ ਕੋਈ ਵੈਲਿਊ ਨਹੀਂ ਰਹੀ, ਜ਼ਿੰਦਗੀ ਦੇ ਕੋਈ ਅਰਥ ਨਹੀਂ ਰਹੇ। ਔਰ ਇਹ ਚੀਜ਼ ਜਿਹੜੀ ਸਾਨੂੰ ਲੱਗਦਾ ਵੀ ਇਸ ਪਦਾਰਥ ਹੀ ਸਾਰਾ ਕੁਝ ਹੈ, ਇਹੀ ਭਗਵਾਨ ਹੈ, ਇਹੀ ਜੀਵਨ ਹੈ, ਇਹੀ ਸੁੱਖ ਹੈ, ਇਹੀ ਸਹੂਲਤ ਤੇ ਆਨੰਦ ਹੈ। ਇਹ ਸਾਡੀ ਸੋਚਣੀ ਦਾ ਹਿੱਸਾ ਬਣ ਜਾਂਦਾ ਹੈ ਕਿ ਅਸੀਂ ਉਹਦੇ ਤੱਕ ਸੀਮਤ ਹੋ ਕੇ ਸਾਰਾ ਕੁਝ ਉਸੇ ਨੂੰ ਹੀ ਪ੍ਰਵਾਨ ਕਰਕੇ ਚੱਲਦੇ ਹਾਂ ਤੇ ਸਦਾ ਇਸ ਚਿੰਤਾ ਵਿੱਚ ਰਹਿੰਦੇ ਹਾਂ ਕਿ ਜੇ ਇਹ ਵਸਤੂ ਕੱਲ੍ਹ ਨਾ ਹੋਈ ਤੇ ਸਾਡਾ ਕੀ ਹੋਏਗਾ। ਉਸ ਚੀਜ਼ ਦੇ ਹੁੰਦਿਆਂ ਹੋਇਆਂ ਵੀ ਇਹ ਚਿੰਤਾ ਸਾਡੇ ਅੰਦਰ ਬਣੀ ਰਹਿੰਦੀ। ਉਹ ਚੀਜ਼ ਦੇ ਹੁੰਦਿਆਂ ਵੀ ਸਾਨੂੰ ਸੁੱਖ ਨਹੀਂ, ਉਹਦੀ ਸਹੂਲਤ, ਉਹਦਾ ਜਿਹੜਾ ਆਰਾਮ ਹੈ ਉਸ ਚੀਜ਼ ਵਿੱਚੋਂ ਸਾਨੂੰ ਮਿਲਣਾ ਹੈ, ਉਹ ਵੀ ਨਹੀਂ ਮਿਲਦਾ ਕਿਉਂਕਿ ਸਾਨੂੰ ਉਹਦੇ ਗਵਾਚਣ ਦੀ ਚਿੰਤਾ ਵਧੇਰੇ ਹੁੰਦੀ ਉਹਦੇ ਹੋਣ ਨਾਲ। ਫਿਰ ਜਦੋਂ ਗਵਾਚ ਜਾਂਦੀ ਹੈ, ਦੂਰੀ ਪੈ ਜਾਂਦੀ ਹੈ, ਤਾਂ ਉਹ ਚਿੰਤਾਵਾਂ ਸਦਮਾ ਬਣ ਜਾਂਦੀਆਂ ਹਨ, ਦੁੱਖ ਬਣ ਜਾਂਦੇ ਹਨ, ਪਰੇਸ਼ਾਨੀਆਂ ਬਣ ਜਾਂਦੀਆਂ ਹਨ, ਉਲਝਣਾਂ ਬਣ ਜਾਂਦੀਆਂ ਹਨ ਤੇ ਮਨੁੱਖ ਆਪਣੇ ਆਪ ਨੂੰ ਅਪਾਹਜ ਔਰ ਮਰਿਆ ਹੋਇਆ ਮਹਿਸੂਸ ਕਰਦਾ ਹੈ ਕਿ ਮੈਂ ਇਸ ਚੀਜ਼ ਤੋਂ ਬਿਨਾਂ ਕਿਵੇਂ ਜੀ ਸਕਦਾ। ਔਰ ਇਹ ਪਦਾਰਥ ਦਾ ਰੂਪ ਵੀ ਬਦਲਦਾ ਰਹਿੰਦਾ ਹੈ, ਉਹਦੀ ਵੈਲਿਊ ਵੀ ਬਦਲਦੀ ਰਹਿੰਦੀ ਹੈ, ਉਹ ਚੀਜ਼ਾਂ ਦੀ ਹਾਲਾਤ ਵੀ ਬਦਲਦੇ ਰਹਿੰਦੇ ਨੇ, ਪਰ ਮਨੁੱਖ ਦੀ ਬਿਰਤੀ ਜਿਉਂ ਦੀ ਤਿਉਂ ਰਹਿੰਦੀ ਹੈ। ਜਦੋਂ ਹਜ਼ੂਰ ਦਾ ਇਹ ਵਾਕ ਆਪਾਂ ਪੜ੍ਹਦੇ ਨਾ, ਸਹਸ ਖੱਟੇ, ਜਦੋਂ ਬੰਦੇ ਦੀ ਜੇਬ ਖਾਲੀ ਹੈ, ਉਦਾਹਰਣ ਦਿੰਦਾ, ਇੱਕ ਪੈਸਾ ਜੇਬ ਵਿੱਚ ਪੈ ਜਾਏ ਉਹਨੂੰ ਥੋੜ੍ਹੀ ਸੰਤੁਸ਼ਟੀ ਹੁੰਦੀ ਵੀ ਨਾ ਹੋਣ ਨਾਲੋਂ ਮੈਂ ਵਧੀਆ ਰਿਹਾ। ਜਦੋਂ ਇੱਕ ਪੈਸਾ 10 ਪੈਸਿਆਂ ਵਿੱਚ ਕਨਵਰਟ ਹੋ ਜਾਂਦਾ ਹੈ ਤਾਂ ਉਹਨੂੰ ਲੱਗਦਾ ਹੈ ਵੀ ਹੁਣ ਬੜੀ ਵਧੀਆ ਗੱਲ ਹੈ, ਪਰ ਨਾਲ ਉਸ ਨੂੰ ਇਹ ਵੀ ਦੀਦਾ ਹੈ ਵੀ ਦੂਸਰੇ ਦੀ ਜੇਬ ਵਿੱਚ 20 ਪੈਸੇ ਨੇ। ਉਹ ਇਹ ਨਹੀਂ ਵੇਖਦਾ ਵੀ ਇੱਕ ਤੋਂ ਮੇਰੇ ਕੋਲ 10 ਆਏ ਨੇ ਤੇ ਮੈਨੂੰ ਪ੍ਰੋਫਿਟ ਹੋਇਆ ਹੈ, ਮੈਨੂੰ ਲਾਭ, ਅੱਗੇ ਨੂੰ ਮੈਂ ਅੱਗੇ ਵਧਿਆ। ਉਹਨੂੰ ਇਹ ਲੱਗਦਾ ਵੀ ਮੇਰੇ ਕੋਲ 10 ਪੈਸੇ ਘੱਟ ਨੇ ਕਿਉਂਕਿ ਉਹਦੀ ਜੇਬ 'ਚ 20 ਨੇ। ਉਹਨੂੰ ਆਪਣਾ ਆਪ ਘਾਟੇ ਬੰਦਾ ਲੱਗਦਾ, ਉਹ ਸੋਚਦਾ ਹੀ ਐਵੇਂ, ਉਹ ਮਹਿਸੂਸ ਹੀ ਐਵੇਂ ਕਰਦਾ ਵੀ ਮੈਂ ਘਾਟੇ 'ਚ ਹਾਂ, ਮੈਂ ਗਰੀਬ ਹਾਂ।
ਇਸ ਕਰਕੇ ਉਹਦਾ ਕੰਪੀਟੀਸ਼ਨ ਸਦਾ ਇਸ ਚੀਜ਼ ਨਾਲ ਬਣਿਆ ਰਹਿੰਦਾ ਹੈ, ਮੁਕਾਬਲੇਬਾਜ਼ੀ ਬਣੀ ਰਹਿੰਦੀ ਹੈ। ਅਤੇ ਬਹੁਤਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ, ਕਮਜ਼ੋਰ ਮਹਿਸੂਸ ਕਰਦਾ, ਘਾਟੇਵੰਦਾ ਮਹਿਸੂਸ ਕਰਦਾ। ਜਾਨੀ ਉਹਦੀ ਸੁਰਤ ਦੀ ਗਰੀਬੀ ਕਦੇ ਜਾਂਦੀ ਨਹੀਂ, ਉਹਦੇ ਅੰਦਰ ਦੀ ਕਮਜ਼ੋਰੀ ਕਦੇ ਖਤਮ ਹੀ ਨਹੀਂ ਹੁੰਦੀ। ਅਤੇ ਫਿਰ ਉਹ ਸੋਚਦਾ ਵੀ ਕੋਈ ਹੋਰ ਤਰੀਕਾ ਵਰਤਿਆ ਜਾਏ, ਅਸਿੱਧਾ ਢੰਗ ਜਿਹਨੂੰ ਆਪਾਂ ਕਹਿ ਨੇ, ਗਲਤ ਤਰੀਕਾ। ਇਸ ਤੋਂ ਅੱਗੇ ਭਗਤ ਜੀ ਨੇ ਇੱਕ ਸ਼ਬਦ ਲਿਖਿਆ, ਉਹਦੇ ਵਿੱਚ ਆਪਾਂ ਇਸ ਖਿਆਲ ਨੂੰ ਵਿਚਾਰਨ ਦਾ ਯਤਨ ਕਰਾਂਗੇ। ਅਸਿੱਧੇ ਢੰਗ ਨਾਲ ਫਿਰ ਮਨੁੱਖ ਉਸ ਚੀਜ਼ ਨੂੰ ਹਾਸਲ ਕਰਨ ਦਾ ਰਾਹ ਚੁਣਦਾ ਹੈ, ਸੋਚਦਾ ਵੀ ਉਹ ਕੁਝ ਹੈ, ਫਿਰ ਉਹਦੇ ਉੱਤੇ ਪਕੜ ਬਣਾਈ ਰੱਖਣ ਲਈ ਵੀ ਉਹ ਨਾਜਾਇਜ਼ ਕਈ ਵਾਰ ਤਰੀਕੇ ਵਰਤਦਾ ਹੈ। ਫਿਰ ਉਹ ਦੂਜਿਆਂ ਵੱਲ ਵੇਖ ਕੇ ਤਰਸਦਾ ਰਹਿੰਦਾ ਹੈ, ਮਾੜੇ 'ਤੇ ਗਰੂਰ ਕਰਦਾ ਹੈ। ਇਹ ਸਾਰੀਆਂ ਚੀਜ਼ਾਂ ਉਹਦੇ ਅੰਦਰ ਇਕੱਠੀਆਂ ਹੋ ਜਾਂਦੀਆਂ, ਤਾਂ ਉਹ ਮੈਂਟਲੀ ਡਿਸਟਰਬਡ, ਮਾਨਸਿਕ ਤਣਾਅ ਅਤੇ ਪਰੇਸ਼ਾਨੀ ਦਾ ਇੱਕ ਤਰ੍ਹਾਂ ਨਾਲ ਸ਼ਿਕਾਰ ਹੈ। ਔਰ ਉਹਦੀਆਂ ਇਹ ਸਾਰੀਆਂ ਪਰੇਸ਼ਾਨੀਆਂ ਉਹਨੂੰ ਆਪਣੇ ਆਪ ਨੂੰ ਦੁਖੀ ਕਰਦੀਆਂ ਨੇ। ਇਹ ਚਿੰਤਾਵਾਂ, ਇਹ ਚੀਜ਼ਾਂ ਜਿਹੜੀਆਂ ਉਹਦੇ ਅੰਦਰ ਪੈਦਾ ਹੋ ਗਈਆਂ, ਜੋ ਨਹੀਂ ਹੈ ਉਹਦਾ ਦੁੱਖ ਹੈ, ਜੋ ਹੈ ਉਹਦੇ ਜਾਣ ਦੀ ਚਿੰਤਾ ਹੈ, ਕਮਜ਼ੋਰ ਉੱਤੇ ਹਉਮੈ ਹੰਕਾਰ ਦਾ ਪ੍ਰਭਾਵ ਪਾਉਣ ਦਾ ਖਿਆਲ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਅੰਦਰ ਇਕੱਠੀਆਂ ਹੋ ਕੇ ਉਹਦੇ ਮਨ ਨੂੰ, ਉਹਦੀ ਸੁਰਤ ਨੂੰ ਸਦਾ ਮੈਲਿਆਂ ਵੀ ਰੱਖਦੀਆਂ ਨੇ, ਪਰੇਸ਼ਾਨ ਵੀ ਰੱਖਦੀਆਂ ਨੇ, ਦੁਖੀ ਵੀ ਰੱਖਦੀਆਂ। ਤੋ ਇਹ ਇੱਕ ਤਰ੍ਹਾਂ ਦੀ ਸਿਕਨੈਸ ਹੈ, ਬਿਮਾਰੀ ਹੈ ਮਾਨਸਿਕ, ਜਿਹੜੀ ਉਹਨੂੰ ਪੱਕੀ ਲੱਗੀ ਹੁੰਦੀ ਹੈ, ਅਤੇ ਇਸ ਬਿਮਾਰੀ ਨਾਲ ਉਹ ਉਲਝਦਾ ਰਹਿੰਦਾ ਹੈ। ਅਤੇ ਇਹਦਾ ਦਾਰੂ ਉਹਨੂੰ ਪਤਾ ਨਹੀਂ, ਅਤੇ ਇਹ ਵੀ ਨਹੀਂ ਪਤਾ ਵੀ ਇਹ ਬਿਮਾਰੀ ਹੈ। ਇਹਨੂੰ ਉਹ ਖੁਸ਼ੀ ਖੁਸ਼ੀ ਹੰਡਾਉਂਦਾ, ਖੁਸ਼ੀ ਖੁਸ਼ੀ ਮਾਣਦਾ ਹੈ। ਤੋ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਇਓ, ਜ਼ਿੰਦਗੀ ਗੁਜ਼ਰ ਗਈ ਇਸ ਪ੍ਰਭਾਵ ਥੱਲੇ ਹੀ, ਇਸ ਮੈਂਟੈਲਿਟੀ ਨਾਲ, ਇਸ ਮਾਨਸਿਕਤਾ ਨਾਲ, ਇਸ ਸੁਭਾਵ ਨਾਲ। ਅਤੇ ਬੜੀ ਪਿਆਰੀ ਉਦਾਹਰਣ ਦਿੰਦੇ ਆ, ਕਹਿੰਦੇ ਸਾਇਰ ਸੋਖ, ਸਾਇਰ ਸਮੁੰਦਰ ਨੂੰ ਕਹਿੰਦੇ ਨੇ, ਸੋਖ ਸੁੱਕ ਜਾਣਾ, ਜਿਵੇਂ ਕੋਈ ਸਮੁੰਦਰ ਹੀ ਸੁੱਕ ਜਾਏ। ਕਹਿੰਦੇ ਸਰੀਰ ਇੱਕ ਸਮੁੰਦਰ ਦੀ ਨਿਆਈ, ਜਿਸ ਵਿੱਚ ਅਥਾਹ ਜੋਸ਼ ਠਾਠਾਂ ਮਾਰਦਾ ਸੀ, ਬੜਾ ਉਤਸ਼ਾਹ, ਬੜੀ ਹਿੰਮਤ, ਬੜੀ ਤਾਕਤ, ਕਿੰਨਾ ਕੁਝ ਸਰੀਰ ਨਾਲ ਜੁੜਿਆ ਹੋਇਆ। ਜਿਸ ਸਰੀਰ ਵਿੱਚ ਅਥਾਹ ਜੋਸ਼ ਹੁੰਦਾ ਹੈ, ਅਥਾਹ ਉਤਸ਼ਾਹ ਹੁੰਦਾ ਹੈ, ਹਿੰਮਤ ਹੁੰਦੀ ਹੈ, ਤਾਕਤ ਹੁੰਦੀ ਹੈ, ਜਿਵੇਂ ਸਮੁੰਦਰ ਵਿੱਚ ਵੱਡੀਆਂ ਵੱਡੀਆਂ ਲਹਿਰਾਂ ਉੱਠਦੀਆਂ, ਇਸ ਤਰ੍ਹਾਂ ਕਦੇ ਉਤਸ਼ਾਹ ਹੁੰਦਾ ਸੀ, ਹਿੰਮਤ ਹੁੰਦੀ ਸੀ। ਸਾਰੀਆਂ ਚੀਜ਼ਾਂ ਹੌਲੀ ਹੌਲੀ ਉਮਰ ਦੇ ਲਿਹਾਜ਼ ਨਾਲ ਇਹ ਚੀਜ਼ਾਂ ਘਟਣੀਆਂ ਵੀ ਸ਼ੁਰੂ ਹੋ ਜਾਂਦੀਆਂ। ਹਿੰਮਤ ਜਦੋਂ ਜਵਾਬ ਦੇਣ ਲੱਗਦੀ ਹੈ, ਤਾਕਤ ਖੀਣ ਹੋਣ ਲੱਗਦੀ ਹੈ, ਉਤਸ਼ਾਹ ਮੱਠਾ ਪੈ ਜਾਂਦਾ ਹੈ, ਜੋਸ਼ ਹੌਲੀ ਹੌਲੀ ਮੱਧਮ ਪੈ ਜਾਂਦਾ ਹੈ। ਸਮਝੋ ਜਿਵੇਂ ਸਮੁੰਦਰ ਦਾ ਪਾਣੀ ਸੁੱਕ ਗਿਆ ਹੋਵੇ ਅਤੇ ਉਸ ਵਿੱਚੋਂ ਲਹਿਰਾਂ ਕਿੱਥੋਂ ਉੱਠਣਗੀਆਂ। ਤਾਕਤ ਘਟ ਗਈ ਅਤੇ ਹਿੰਮਤ, ਉਤਸ਼ਾਹ, ਸਾਰੀਆਂ ਚੀਜ਼ਾਂ ਹੌਲੀ ਹੌਲੀ, ਬੰਦਾ ਫਿਰ ਕਮਜ਼ੋਰ ਅਤੇ ਛਿੱਥਾ ਪੈ ਜਾਂਦਾ। ਭੁਜੰਗ ਬਲਇਓ, ਬਾਹਾਂ ਦਾ ਬਲ ਘਟ ਗਿਆ, ਤਾਕਤ ਘਟ ਗਈ, ਕੰਟਰੋਲ ਵੀ ਜਾਂਦਾ ਰਿਹਾ ਹੌਲੀ ਹੌਲੀ। ਜਿਨ੍ਹਾਂ ਪਦਾਰਥਾਂ ਖਾਤਰ ਉਹ ਆਪਣਿਆਂ ਨਾਲ ਧੋਖਾ ਕਰਨ ਲਈ ਉਤਾਰੂ ਸੀ, ਧੋਖਾ, ਬੇਈਮਾਨੀ, ਠੱਗੀ, ਜ਼ਾਲਸਾਜ਼ੀ, ਹਰ ਗੁਨਾਹ ਕਰਨ ਤੱਕ ਚਲਿਆ ਜਾਂਦਾ ਸੀ। ਸਾਰਾ ਕੁਝ ਜਿਉਂਦਿਆਂ ਵੀ ਛੁੱਟ ਜਾਂਦਾ, ਬਾਅਦ 'ਚ ਤਾਂ ਛੁੱਟਣਾ ਹੀ ਹੁੰਦਾ। ਹਜ਼ੂਰ ਕਹਿੰਦੇ ਨੇ ਫਿਰ ਉਹ ਤਾਕਤ, ਉਹਨੂੰ ਕਾਬੂ ਰੱਖਣ ਵਾਲੀ ਜਦੋਂ ਖਤਮ ਹੋ ਜਾਏ, ਬਾਹਾਂ ਦਾ ਬਲ ਘਟ ਜਾਂਦਾ ਹੈ, ਭਾਵ ਕੰਟਰੋਲ, ਤਾਕਤ, ਸਮਰੱਥਾ ਸਭ ਕੁਝ ਜਾਂਦਾ ਲੱਗਦਾ। ਪਰ ਮਨੁੱਖ ਆਪਣੇ ਆਪ ਦਾ ਵਿਸ਼ਲੇਸ਼ਣ ਨਹੀਂ ਕਰਦਾ ਵੀ ਮੈਂ ਕੀਤਾ ਕੀ ਅਤੇ ਕਾਹਦੇ ਲਈ ਕਰਦਾ। ਇਸ ਵਾਸਤੇ ਹਜ਼ੂਰ ਨੇ ਆਰੰਭ ਦੇ ਵਾਕ ਵਿੱਚ ਫਰਮਾਇਆ, ਕਹਿੰਦੇ ਜ਼ਿੰਦਗੀ ਕਿਵੇਂ ਬੀਤੀ। ਕੁਝ ਉਹਨਾਂ ਨੇ ਆਮ ਜੀ ਉਦਾਹਰਣ, ਕਹਿੰਦੇ 12 ਬਰਸ ਬਾਲਪਨ ਬੀਤੇ, 12 ਕੁ ਸਾਲ ਤੱਕ ਬੱਚਿਆਂ ਦੀ ਆਯੂ, ਬਾਲਪਨਾ, ਬੱਚਿਆਂ ਵਾਲੀ ਉਮਰ ਇਵੇਂ ਬੀਤ ਗਈ।
ਜੋ ਆਮ ਬਾਲਕ ਉਮਰ ਵਿੱਚ ਹੁੰਦਾ ਹੈ, ਛੋਟੀ ਉਮਰ ਵਿੱਚ। 20 ਬਰਸ ਕਛ ਤਪ ਨਾ ਕੀਓ, 20 ਕਹਿੰਦੇ ਝੋਰ ਜੋੜ ਲਓ। ਇੱਥੇ ਤਪ ਦਾ ਅਰਥ ਪੁੱਠੇ ਲਟਕ ਕੇ ਤਨ ਨੂੰ ਦੁੱਖ ਦੇ ਕੇ ਉਹ ਤਪ ਨਹੀਂ। ਉਸ ਨੂੰ ਤਾਂ ਕਬੀਰ ਜੀ ਨੇ ਬੜੇ ਬਾਕਮਾਲ ਸ਼ਬਦਾਂ ਵਿੱਚ ਇਵੇਂ ਕਿਹਾ, ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋਂ ਬੇਕਾਰ ਨ ਛੋਡਈ, ਪਾਪੀ ਮਨ ਮੰਦਾ। ਕਿਉਂਕਿ ਕਈ ਵਾਰ ਕੁਝ ਸ਼ਬਦ ਕਾਮਨ ਹੋ ਜਾਂਦੇ ਨੇ। ਤਪ ਦਾ ਅਰਥ ਇੱਥੇ ਹੈ ਘਾਲਣਾ, ਕਮਾਈ, ਕਰੜੀ ਮਿਹਨਤ, ਮਸ਼ੱਕਤ। ਸਾਡੀ ਸਧਾਰਨ ਬੋਲ ਚਾਲ ਵਿੱਚ ਵੀ ਆਪਾਂ ਕੋਈ ਬੰਦੇ ਨੇ ਬੜੀ ਮਿਹਨਤ ਕੀਤੀ ਹੋਵੇ ਨਾ ਕਿਸੇ ਫੀਲਡ, ਆਪਾਂ ਕਹਿੰਦੇ ਬੰਦੇ ਦਾ ਤਪ ਬੜਾ ਹੈ। ਇਹਦਾ ਮਤਲਬ ਇਹ ਥੋੜ੍ਹੀ ਹੈ ਵੀ ਉਹਨੇ ਸਰੀਰ 'ਤੇ ਸਵਾਹ ਮਲੀ ਰੱਖੀ ਜਾਂ ਪੁੱਠਾ ਲਟਕਿਆ ਰਿਹਾ ਜਾਂ ਭੁੱਖਾ ਰਿਹਾ। ਉਹਦਾ ਭਾਵ ਤਪ ਦਾ ਅਰਥ ਉੱਥੇ ਘਾਲਣਾ ਤੋਂ ਹੁੰਦਾ, ਕਮਾਈ ਬੜੀ, ਘਾਲਣਾ ਬਹੁਤ, ਬੜੀ ਮਿਹਨਤ ਮਸ਼ੱਕਤ ਕੀਤੀ। ਤੋਂ ਮੁਹਾਵਰਾ ਹੈ ਬੋਲੀ ਦਾ। ਕੋਈ ਸ਼ਬਦ ਕਿਸੇ ਚੀਜ਼ ਨੂੰ ਦਰਸਾਉਣ ਦੇ ਪ੍ਰਤੀਕ ਬਣ ਜਾਂਦੇ ਨੇ। ਤੋ ਇੱਥੇ ਕਬੀਰ ਜੀ ਉਹ ਸੰਨਿਆਸੀਆਂ ਜਾਂ ਉਹਨਾਂ ਤਪਸਵੀਆਂ ਵਾਲੇ ਤਪ ਦੀ ਨਹੀਂ, ਘਾਲਣਾ ਦੀ। 20 ਬਰਸ ਕਛ ਤਪ ਨਾ ਕੀਓ, ਕਹਿੰਦੇ 20 ਸਾਲ ਹੋਰ ਜੋੜ ਲਓ। ਉਦੋਂ ਵੀ ਕੋਈ ਘਾਲਣਾ ਨਾ ਘਾਲੀ। ਬਚਪਨ ਦੀ ਉਮਰ ਵੀ ਲੰਘਣ ਤੋਂ ਬਾਅਦ ਵੀ ਬੰਦੇ ਨੂੰ ਕੋਈ ਸਮਝ ਨਾ ਪਈ। ਇੱਥੇ ਘਾਲਣਾ ਤੋਂ ਭਾਵ ਕੀ ਹੈ? ਆਪਣੇ ਜੀਣ ਲਈ ਤੇ ਹਰ ਕੋਈ ਘਾਲਣਾ ਘਾਲਦਾ, ਆਪਣੀ ਖਾਹਿਸ਼ ਲਈ ਤੇ ਹਰ ਬੰਦਾ ਹੀ ਤੁਰਿਆ ਫਿਰਦਾ। ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਕੌਣ ਹਿੰਮਤ ਨਹੀਂ ਕਰਦਾ। ਇੱਥੇ ਹੈ ਮਨ ਨੂੰ ਮੇਰੀ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਤੇ ਜੀਵਨ ਦੀ ਕਦਰੋਂ ਕੀਮਤ ਸਮਝਣ ਲਈ ਕੋਈ ਯਾਰ ਘਾਲਣਾ ਘਾਲੀ ਨਹੀਂ, ਯਤਨ ਹੀ ਨਹੀਂ ਕੀਤਾ। ਇਹ ਕਠਿਨ ਸੀ, ਇਹ ਸਭ ਤੋਂ ਕਠਿਨ ਘਾਲਣਾ ਸੀ ਜਿਹੜੀ ਘਾਲਣ ਵਾਲੀ ਸੀ। ਕਹਿੰਦੇ 12 ਸਾਲ ਤੱਕ ਬਚਪਨ ਰਿਹਾ, ਉਦੋਂ ਪਤਾ ਨਾ ਲੱਗਿਆ। ਫਿਰ 20 ਸਾਲ ਜਿਹੜੇ ਸਨ ਬਚਪਨੇ ਤੋਂ ਬਾਅਦ ਦੇ, ਉਦੋਂ ਵੀ ਵਾਸ਼ਨਾਵਾਂ ਦੀ ਪੂਰਤੀ, ਜ਼ਿੰਦਗੀ ਨੂੰ ਹੋਰ ਦੌੜ ਵਿੱਚ ਪਾ ਲਿਆ ਤੇ ਮੇਰੀ ਦੇ ਬੰਧਨ ਤੋਂ ਛੁੱਟਣ ਲਈ ਕੋਈ ਘਾਲਣਾ ਹੀ ਨਾ ਘਾਲ ਸਕਿਆ। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। 30 ਸਾਲ ਹੋਰ ਐਵੇਂ ਲੰਘ ਗਏ। ਇੱਥੇ ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ ਪਰਮੇਸ਼ਰ, ਕੋਈ ਦੇਵਤਾ ਨਹੀਂ। ਜਿਵੇਂ ਪਹਿਲਾਂ ਤਪ ਦਾ ਆਪਾਂ ਭਾਵ ਸਮਝਿਆ, ਇੱਥੇ ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ। ਦੇਵ ਸ਼ਬਦ ਜਿਹੜਾ ਹੈ ਉਹ ਦੈਵੀ ਪ੍ਰਕਾਸ਼ ਦਾ ਪ੍ਰਤੀਕ ਹੈ। ਦੈਵੀ ਪ੍ਰਕਾਸ਼, ਦੈਵੀ ਜੋਤ। ਦੇਵਤੇ ਤੋਂ ਭਾਵ ਨਹੀਂ, ਉਹਨਾਂ ਬਾਰੇ ਤਾਂ ਲਿਖਿਆ ਉਹਨਾਂ ਨੇ ਖੁਦ ਹੀ ਬਾਣੀ ਵਿੱਚ, ਨਾਵਨ ਕਉ ਤੀਰਥ ਕਨੇ ਮਨ ਬਉਰਾ ਰੇ, ਪੂਜਨ ਕਉ ਬਹੁ ਦੇਵ। ਕਉ ਕਬੀਰ ਛੂਟਨ ਨਹੀਂ ਮਨ ਬਉਰਾ ਰੇ, ਛੂਟਨ ਹਰ ਕੀ ਸੇਵ। ਤੋ ਦੇਵ ਇੱਥੇ ਪਰਮੇਸ਼ਰ ਨੂੰ ਬੜੀ ਵਾਰ ਗੁਰੂ ਦੇਵ, ਦੇਵ ਗੁਰੂ, ਇਸ ਤਰ੍ਹਾਂ ਦੇ ਸ਼ਬਦ ਵੀ ਬਾਣੀ ਵਿੱਚ ਆਏ। ਭੱਟ ਸਾਹਿਬਾਨਾਂ ਦੀ ਬਾਣੀ ਵਿੱਚ ਆਪਾਂ ਜਪਿਓ ਜਿਨ ਅਰਜੁਨ ਦੇਵ ਗੁਰੂ, ਉੱਥੇ ਦੇਵ ਦਾ ਸੰਬੰਧ ਗੁਰੂ ਨਾਲ ਹੈ। ਅਰਜੁਨ ਸ਼ਬਦ ਇਕੱਲਾ ਹੈ, ਗੁਰੂ ਸਾਹਿਬ ਜੀ ਦੇ ਨਾਮ ਦਾ ਪ੍ਰਤੀਕ। ਤਾਂ ਕਈ ਵਾਰ ਅਸੀਂ ਇਸ ਦੇਵ ਸ਼ਬਦ ਨੂੰ ਪੰਚਮ ਪਾਤਸ਼ਾਹ ਦੇ ਨਾਮ ਨਾਲ ਜੋੜ ਲੈਂਦੇ, ਤੇ ਕਿਹਨੇ ਵੇਖੋ ਲਿਖਿਆ ਉੱਥੇ ਤਾਂ ਇਹ ਵੀ ਲਿਖਿਆ ਪ੍ਰਥਮੇ ਨਾਨਕ ਚੰਦ। ਕਿਸੇ ਨੇ ਅੱਜ ਤੱਕ ਕਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਨਾਨਕ ਚੰਦ ਹੈ। ਕਾਵ ਦਾ ਇੱਕ ਭਾਵ ਹੁੰਦਾ ਹੈ ਤੇ ਉਸ ਭਾਵ ਨੂੰ ਸਮਝਣਾ ਹੁੰਦਾ ਹੈ। ਚੰਦ ਦਾ ਮਤਲਬ ਹੈ ਸੀਤਲਤਾ ਤੇ ਰੌਸ਼ਨੀ ਦੇਣ ਵਾਲਾ। ਤੋ ਸਾਰੀਆਂ ਜਨਮ ਸਾਖੀਆਂ ਵਿੱਚ ਨਾਨਕ ਨਾਮ ਹੀ ਦਰਜ ਹੈ। ਕੀ ਨਾਂ ਰੱਖਿਆ? ਨਾਨਕ ਰੱਖਿਆ। ਦੂਜੀ ਪਾਤਸ਼ਾਹੀ ਦਾ ਉਹਨਾਂ ਦੇ ਮਾਪਿਆਂ ਨੇ ਜੋ ਨਾਂ ਰੱਖਿਆ, ਲਹਿਣਾ ਰੱਖਿਆ। ਗੁਰੂ ਅੰਗਦ ਨਾਮ ਜਿਹੜਾ ਹੈ ਇਹ ਗੁਰੂ ਨਾਨਕ ਸਾਹਿਬ ਨੇ ਰੱਖਿਆ। ਤੋ ਇਤਨੇ ਹੀ ਨਾਮ ਜਿਹੜੇ ਸਨ ਉਹ ਪੁਰਾਤਨ ਲਿਖਤਾਂ ਵਿੱਚ ਦਰਜ ਸਨ। ਤੋ ਸਾਹਿਬ ਸਤਿਗੁਰੂ ਮਹਾਰਾਜ, ਜਿਵੇਂ ਕੋਈ ਨਾਨਕ ਤਪਾ ਲਿਖਦਾ ਹੈ, ਨਾਨਕ ਨਾਥ ਲਿਖਦਾ ਹੈ, ਨਾਨਕ ਜੋਗੀ ਲਿਖਦਾ ਹੈ, ਬਾਬਾ ਨਾਨਕ ਲਿਖਦਾ ਹੈ, ਗੁਰੂ ਨਾਨਕ ਲਿਖਦਾ ਹੈ, ਕੋਈ ਸਾਹਿਬ ਨਾਨਕ ਲਿਖਦਾ ਹੈ। ਇਹ ਤਖੱਲਸ, ਵਡਿਆਈ ਤੇ ਸ਼ਾਨੋ ਸ਼ੌਕਤ ਦੇ ਪ੍ਰਤੀਕ, ਅਦਬ ਦੇ ਪ੍ਰਤੀਕ ਨੇ, ਜਿਹੜੇ ਪਿਆਰਿਆਂ ਸ਼ਰਧਾਲੂਆਂ ਵੱਲੋਂ ਉਹਨਾਂ ਦੇ ਨਾਮ ਨਾਲ ਬਾਅਦ ਵਿੱਚ ਆਪਾਂ ਲੈਂਦੇ ਹਾਂ, ਅਦਬ ਨਾਲ ਜਿਵੇਂ ਨਾਂ ਲਿਆ ਜਾਂਦਾ ਹੈ। ਤੋ ਇੱਥੇ ਦੇਵ ਸ਼ਬਦ ਦਾ ਅਰਥ ਹੈ ਪ੍ਰਕਾਸ਼ ਰੂਪ, ਸੱਤਾ ਰੂਪ, ਜੋਤ ਰੂਪ ਪਰਮੇਸ਼ਰ ਨੂੰ
ਪੂਜਿਆ ਨਹੀਂ, ਜਾਣਿਆ ਨਹੀਂ, ਆਵਾਹਨ ਨਹੀਂ ਕੀਤਾ, ਖਿਆਲ ਨਹੀਂ ਕੀਤਾ, ਇਬਾਦਤ ਨਹੀਂ ਕੀਤੀ, ਬੰਦਗੀ ਨਹੀਂ ਕੀਤੀ। 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਜਦੋਂ ਬਿਰਧ ਹੋ ਗਿਆ, ਸਰੀਰ ਦੀ ਸੱਤਾ ਖੀਣ ਹੋ ਗਈ, ਤਾਂ ਕਹਿੰਦੇ ਨੇ ਫਿਰ ਹੁਣ ਪਛਤਾਵਾ ਹੋਇਆ ਵੀ ਮੈਂ ਤਾਂ ਜ਼ਿੰਦਗੀ ਬਾਰੇ ਕੁਝ ਵੀ ਨਹੀਂ ਜਾਣਿਆ, ਜੀਵਨ ਬਾਰੇ ਤਾਂ ਕੁਝ ਸਮਝਿਆ ਹੀ ਨਹੀਂ। ਜਿਸ ਜੀਵਨ ਦੀ ਮੈਂ ਤਲਬ ਕਰਦਾ ਰਿਹਾ ਵੀ ਜੀਵਨ ਦੀ ਅਵਧੀ ਲੰਬੀ ਹੋਵੇ, ਸਮਾਂ ਜ਼ਿਆਦਾ ਮਿਲੇ, ਉਹਨੂੰ ਤਾਂ ਜਾਣਿਆ ਹੀ ਨਹੀਂ ਹੈ, ਉਹਨੂੰ ਤਾਂ ਪਛਾਣਿਆ ਹੀ ਨਹੀਂ ਵੀ ਇਹਦੀ ਕਦਰ ਕੀ ਹੈ, ਕੀਮਤ ਕੀ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ, ਸੂਕੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹੱਥ ਵਾਰ ਕਰੈ। ਕਹਿੰਦੇ ਨੇ ਕੋਈ ਤਲਾਅ ਸੁੱਕ ਜਾਏ ਤੇ ਬੰਦਾ ਉਹਦੇ ਘੇਰੇ ਘੇਰੇ ਵੱਟਾਂ ਮਾਰਨ ਲੱਗ ਜਾਏ, ਤੇ ਕੋਈ ਪੁੱਛੇ ਵੀ ਇਹ ਕੀ ਕਰਦਾ ਹੈ, ਇਹਦੇ ਆਲੇ ਦੁਆਲੇ ਮਿੱਟੀ ਇਕੱਠੀ ਕਰਕੇ ਵੱਟਾਂ ਕਿਉਂ ਬੰਨ੍ਹਦਾ ਹੈ, ਕਹਿੰਦਾ ਇਹਦਾ ਪਾਣੀ ਨਾ ਬਾਹਰ ਨਿਕਲ ਜਾਏ। ਇਹ ਸੁੱਕਾ ਤੇ ਹੈ। ਜਿਹੜਾ ਸਰੋਵਰ ਸੁੱਕ ਗਿਆ, ਜਿਹੜਾ ਛੱਪੜ ਸੁੱਕ ਗਿਆ, ਜਿਹੜਾ ਤਲਾਬ ਸੁੱਕ ਗਿਆ, ਉਹਦੇ ਆਲੇ ਦੁਆਲੇ ਹੁਣ ਵੱਟ ਮਾਰਨ ਦਾ ਕੀ ਫਾਇਦਾ? ਹੁਣ ਇਹਦੇ 'ਚ ਹੈ ਹੀ ਕੀ ਜਿਹੜਾ ਗਵਾਚ ਜਾਏਗਾ। ਕਹਿੰਦੇ ਨੇ ਫਿਰ ਜਦੋਂ ਬੰਦਾ ਪਦਾਰਥਕ ਵਾਸ਼ਨਾ, ਕੰਟਰੋਲ, ਕਬਜ਼ੇ, ਦੌੜ, ਸਾਰਾ ਕੁਝ ਇਸ ਪਾਸਿਓਂ ਜਦੋਂ ਉਹ ਹਟ ਜਾਂਦਾ ਹੈ, ਸਰੀਰ ਜਦੋਂ ਜਵਾਬ ਦਿੰਦਾ ਹੈ, ਉਹਨੂੰ ਲੱਗਦਾ ਵੀ ਹੁਣ ਕਾਹਦੇ ਲਈ ਦੌੜਨਾ ਹੈ। ਫਿਰ ਉਹ ਸੋਚਦਾ ਚਲੋ ਕੋਈ ਧਰਮ ਕਰਮ ਕਰੋ, ਤੀਰਥਾਂ 'ਤੇ ਜਾਓ, ਕੋਈ ਪੁੰਨ ਕੰਮ ਕਰੋ। ਹੁਣ ਮੰਨ ਲਓ ਕਿਸੇ ਬੰਦੇ ਨੇ ਸਾਰੀ ਉਮਰ ਲੁੱਟਿਆ ਹੋਵੇ, ਤੇ ਫਿਰ ਉਹ ਇੱਕ ਇੱਕ ਪੈਸਾ ਕਰਕੇ ਦਾਨ ਕਰਦਾ ਰਹੇ ਬਾਅਦ 'ਚ, ਤੇ ਫਿਰ ਉਹ ਆਖੇ ਵੀ ਹੁਣ ਮੈਨੂੰ ਤਾਂ ਵਾਹਿਗੁਰੂ ਮੇਰੇ ਗੁਨਾਹ ਬਖਸ਼ਦਾ। ਲੁੱਟਿਆ ਤੂੰ ਲੱਖਾਂ 'ਚ, ਵੰਡਦਾ ਤੂੰ ਪੈਨੀਆਂ 'ਚ, ਇਹਦੇ ਨਾਲ ਤੇਰੇ ਗੁਨਾਹ ਬਖਸ਼ੇ ਜਾਣ, ਤੇ ਜਿਹੜੇ ਲੁੱਟਣ ਦੇ ਗੁਨਾਹ ਤੂੰ ਲੱਖਾਂ 'ਚ ਕੀਤੇ ਨੇ ਉਹ ਪੈਨੀਆਂ ਨਾਲ ਬਖਸ਼ੇ ਜਾਣ। ਅਜੀਬ ਗੱਲ ਹੈ ਨਾ। ਪਰ ਉਹ ਪੱਕਿਆ ਹੋਇਆ ਸੁਭਾਅ ਜਿਹੜਾ ਅੰਦਰੋਂ ਤਬਦੀਲੀ ਨਹੀਂ ਆਉਂਦੀ, ਉਹ ਬੰਦਾ ਫਿਰ ਇੱਕ ਦੌੜ 'ਚ ਵੀ ਹੁਣ ਅੱਗਾ ਨੇੜਾ ਆ ਗਿਆ, ਕੋਈ ਸਵਾਰ ਅਗਲਾ ਪਹਿਲੂ ਸਵਾਰ ਲਈ, ਅਗਲੀ ਜ਼ਿੰਦਗੀ ਸਵਾਰ ਲਈ। ਉਹ ਆਪਣਾ ਤੇ ਅੱਗਾ ਸਵਾਰਨਾ ਚਾਹੁੰਦਾ ਹੈ, ਪਰ ਇੱਥੋਂ ਵਾਲੀ ਜ਼ਿੰਦਗੀ ਉਹਨੇ ਕਈਆਂ ਦੀ ਤਬਾਹ ਕੀਤੀ, ਉਸ ਬਾਰੇ ਉਹਨੂੰ ਕੋਈ ਚਿੰਤਾ ਮਲਾਲ ਨਹੀਂ ਹੈ ਵੀ ਇੱਥੇ ਜੋ ਮੈਂ ਕੀਤਾ ਵੀ ਉਹ ਮੇਰਾ ਕਰਕੇ ਦੂਜਿਆਂ ਨੂੰ ਕਿੰਨੀ ਤਕਲੀਫ ਹੋਈ, ਪਰ ਉਹਨੂੰ ਆਪਦੇ ਅੱਗੇ ਦੀ ਅਜੇ ਵੀ ਚਿੰਤਾ ਵੀ ਮੇਰਾ ਅਗਲਾ ਜਨਮ ਸਵਰ ਜਾਏ। ਭਗਤ ਕਬੀਰ ਜੀ ਮਹਾਰਾਜ ਐਸੀ ਭਰਮ ਪ੍ਰਸਤੀ ਵਾਲੇ ਬੰਦੇ ਨੂੰ ਕਹਿੰਦੇ ਨੇ, ਹੁਣ ਸੁੱਕੇ ਤਲਾਬ ਦੀਆਂ ਵੱਟਾਂ ਬੰਨ੍ਹਦਾ ਤੂੰ। ਸਾਰੀ